ਪਿਆਰੇ ਦਰਸ਼ਕੋ, ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਹਰਚੰਦ ਸਿੰਘ ਬਾਠ ਹਨ। ਇਹਨਾਂ ਨਾਲ ਇਸ ਗੱਲ ਬਾਰੇ ਚਰਚਾ ਕਰਾਂਗੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਕੋਟਕਪੂਰਾ ਫਾਇਰਿੰਗ ਬਾਰੇ ਜਿਹੜਾ ਫੈਸਲਾ ਆਇਆ, ਉਸ ਫੈਸਲੇ ਨੇ ਪੰਜਾਬ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਇੱਕ ਨਵੀਂ ਹਲਚਲ ਜਿਹੜੀ ਪੈਦਾ ਕਰ ਦਿੱਤੀ ਹੈ। ਉਹਦੇ ਤੋਂ ਨਵੇਂ ਕਿਆਫੇ ਲਾਏ ਜਾਣ ਲੱਗੇ ਆ ਵੀ ਪੰਜਾਬ ਹੁਣ ਕਿਸ ਪਾਸੇ ਵੱਲ ਨੂੰ ਜਾਏਗਾ, ਅਤੇ ਜਿਹੜੇ ਬੇਅਦਬੀ ਕਾਂਡ ਦੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇਗੀ। ਜਿਹੜੇ ਫਾਇਰਿੰਗ ਦੇ ਵਿੱਚ ਜਿਹੜੀ ਬਾਈਬਲ ਕਲਾਂ 'ਚ ਫਾਇਰਿੰਗ ਹੋਈ ਸੀਗੀ, ਉਹਦੇ 'ਚ 2 ਨੌਜਵਾਨ ਸ਼ਹੀਦ ਹੋਏ ਸੀਗੇ, ਉਹਨਾਂ ਦੇ ਵਾਰਸਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ। ਅਤੇ ਇਹਦੇ ਲਈ ਇਹ ਜੋ ਕੁਝ ਵੀ ਵਾਪਰਿਆ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇੱਕ ਤਾਂ ਜਿਨ੍ਹਾਂ ਦੇ ਸਮੇਂ ਗੋਲੀकांड ਵਾਪਰਿਆ ਸੀਗਾ ਉਹ ਜ਼ਿੰਮੇਵਾਰ ਹੈ, ਜਾਂ ਜਿਨ੍ਹਾਂ ਨੇ ਸਜ਼ਾਵਾਂ ਦਿਵਾਉਣੀਆਂ ਸੀ ਉਹ ਜ਼ਿੰਮੇਵਾਰ ਹੈ, ਜਾਂ ਜਿਹੜੇ ਪੀੜਤ ਨੇ ਉਹਨਾਂ ਨੂੰ ਕਦੇ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ। ਇਹ ਵੱਡੇ ਸਵਾਲ ਜਿਹੜੇ ਆ ਅਸੀਂ ਪੁੱਛੇ ਜਾ ਰਹੇ ਆ। ਇਹਨਾਂ ਦੇ ਉੱਪਰ ਸਾਡੇ ਨਾਲ ਚਰਚਾ ਕਰਨਗੇ ਬਾਠ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਇਹ ਜਾਂਚ ਕਿੱਧਰ ਨੂੰ ਜਾਏਗੀ। ਕਿ ਇਹ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ, ਚੁਣੌਤੀ ਦਿਆਂਗੇ, ਅਤੇ ਇਹ ਜਿਹੜੇ ਮੌਜੂਦਾ ਜਿਹੜੇ IG ਆ ਇਹ ਜਾਂਚ ਨੂੰ ਸਿਰੇ ਲਾਉਣਗੇ। ਬਾਠ ਸਾਹਿਬ ਕੀ ਕਹਿਣਾ ਤੁਹਾਡਾ? ਜੰਮੂ ਸਾਹਿਬ ਦੇਖੋ, ਜਦੋਂ ਮਤਲਬ ਹੁਣ ਕਹਿਣ ਵਾਲੀਆਂ ਗੱਲਾਂ ਜਿਹੜੀਆਂ ਨਾ ਉਹਦੇ ਵਿੱਚ ਜੋ ਮਰਜ਼ੀ ਕਹੀ ਜਾਣ, ਪਰ ਹੁੰਦਾ ਇਹ ਆ ਕਿ ਕਦੇ ਕਦੇ ਇਤਿਹਾਸ ਦੇ ਵਿੱਚ ਅਜਿਹਾ ਵਾਪਰਦਾ, ਅਜਿਹੀਆਂ ਸੱਚਾਈਆਂ ਜਿਹੜੀਆਂ ਸਾਹਮਣੇ ਆਉਂਦੀਆਂ ਜਿਹੜੀਆਂ ਲੋਕਾਂ ਨੂੰ ਤਾਂ ਕਦੇ ਆਸ ਨਹੀਂ ਹੁੰਦੀ ਵੀ ਇਹ ਚੀਜ਼ ਹੋ ਜਾਏਗੀ, ਪਰ ਜਿਹੜੇ ਉੱਪਰ ਬੈਠੇ ਹੁੰਦੇ ਲੋਕ ਹੈ ਉਹਨਾਂ ਨੂੰ ਸ਼ਾਇਦ ਇਹ ਹੁੰਦਾ ਵੀ ਕੁਝ ਵੀ ਹੋ ਸਕਦਾ। ਇਹ ਜਿਹੜਾ ਕੇਸ ਵਾਪਰਿਆ 2015 ਦਾ, 6 ਸਾਲ ਤੋਂ ਉੱਪਰ ਜਿਹੜੇ ਆ ਇਸ ਕਾਂਡ ਨੂੰ ਹੋ ਗਏ। ਮੇਰੇ ਖਿਆਲ 2 ਮਹੀਨੇ 6 ਸਾਲ ਹੋ ਜਾਣ ਲਗਭਗ ਜਿਹੜੇ ਆ ਮਤਲਬ 6 ਸਾਲ ਦੇ ਲਾਗੇ ਜਿਹੜੇ ਆ ਹੋ ਗਏ ਆ। ਔਰ ਇਸ ਦੇ ਵਿੱਚ ਇਹ ਹੋਇਆ ਹੁਣ ਤੱਕ, ਪਹਿਲੇ ਤਾਂ ਜਿਹੜਾ 2015 ਤੋਂ ਲੈ ਕੇ 18 ਤੱਕ ਤਾਂ ਕੁਝ ਹੋਇਆ ਨਹੀਂ। 18 ਦੇ ਵਿੱਚ ਨਵੀਂ FIR ਜਿਹੜੀ ਦਰਜ ਹੋ ਕੇ ਉਸ ਤੋਂ ਬਾਅਦ ਇਹਨਾਂ SIT ਬਣਾਈ। SIT ਬਣਾਉਣ ਤੋਂ ਬਾਅਦ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਹੋਈ, ਇਨਕੁਆਇਰੀ ਸ਼ੁਰੂ ਹੋਈ। ਉਸ ਤੋਂ ਬਾਅਦ ਉਹ ਕੰਪਲੀਟ ਕਰਕੇ ਇਹਨਾਂ ਨੇ ਚਲਾਨ ਜਿਹੜਾ ਸੀ ਉਹ ਕੋਰਟ ਦੇ ਵਿੱਚ ਦੇ ਦਿੱਤਾ। ਨਾਲ ਦੀ ਨਾਲ ਜਿਹੜਾ ਉਸ ਵੇਲੇ SHO ਸੀ, ਕਿਉਂਕਿ ਜਿਹੜੀ ਪਹਿਲੀ ਜਿਹੜੀ FIR ਦਰਜ ਹੋਈ 2015 ਦੇ ਵਿੱਚ, ਜਦੋਂ ਇਹ ਜਿਹੜਾ ਸੀ ਵਾਪਰੀ ਜੋ ਘਟਨਾ ਵਾਪਰੀ, ਉਸ ਵੇਲੇ ਜਿਹੜਾ ਵਾ ਉਹਦੇ ਵਿੱਚ ਜਿਹੜਾ ਮੁਦਈ ਸੀ ਜਾਂ ਕੰਪਲੇਨੈਂਟ ਜਿਹਨੂੰ ਅਸੀਂ ਕਹਿੰਦੇ ਆ, ਉਹ SHO ਗੁਰਦੀਪ ਸਿੰਘ ਸੀ। ਤਾਂ ਉਹਨਾਂ ਨੇ ਮੀਨ ਟਾਈਮ ਜਿਹੜੀ ਆ ਹਾਈ ਕੋਰਟ 'ਚ ਅਪਰੋਚ ਕਰਕੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਕਿ ਇਹ ਜਿਹੜੀ ਸਾਰੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਇਹ ਗੈਰ ਕਾਨੂੰਨੀ ਆ। ਇਹ ਬਿਲਕੁਲ ਜਿਹੜੀ ਜੋ ਕਾਨੂੰਨ ਐਸਟੈਬਲਿਸ਼ ਲਾਅ ਜਿਹੜਾ ਹੈ ਉਹਦੇ ਖਿਲਾਫ ਹੈ, ਜਿਹੜਾ ਲੀਗਲ ਪ੍ਰੋਸੀਜਰ ਹੈ, ਕਾਨੂੰਨੀ ਪ੍ਰਕਿਰਿਆ ਉਹਦੇ ਖਿਲਾਫ ਹੈ। ਤੇ ਇਸ ਕਰਕੇ ਇਹ ਸਾਰੀ ਜਿਹੜੀ ਕਾਰਵਾਈ ਆ, ਜਿਹੜੀ ਵੀ ਇਨਵੈਸਟੀਗੇਸ਼ਨ ਹੋਈ ਹੈ, ਇਹ ਸਾਰੀ ਦੀ ਸਾਰੀ ਰੱਦ ਹੋਣੀ ਚਾਹੀਦੀ ਹੈ। ਤਾਂ ਉਹਦੇ ਬੇਸ ਦੇ ਉੱਤੇ ਕੋਰਟ ਨੇ ਜਿਹੜਾ ਸੁਣ ਕੇ ਆ ਇਹ ਸਾਰਾ ਕੁਝ ਜਿਹੜਾ ਵਾ ਰੱਦ ਕਰ ਦਿੱਤਾ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨੇ ਇਹ ਗਲਤ ਹੈ, ਗੈਰ ਕਾਨੂੰਨੀ ਹੋਈਆਂ ਨੇ। ਔਰ ਇਸ ਕਰਕੇ 3 ਆਪਸ਼ਨ ਜੋ ਹੁਣ ਤੱਕ ਆਇਆ, ਇੱਕ ਮੈਂ ਗੱਲ ਜੰਮੂ ਸਾਹਿਬ ਦੱਸ ਦਿਆਂ ਕਿ ਹੁਣ ਤੱਕ ਜਿਹੜੇ ਪੂਰਾ ਫੈਸਲਾ ਵਾ, ਜਿਹੜੀ ਪੂਰੀ ਜੱਜਮੈਂਟ ਹੈ ਜੋ ਜੱਜ ਸਾਹਿਬ ਨੇ ਲਿਖੀ ਹੈ, ਉਹ ਅਜੇ ਤੱਕ ਸਾਹਮਣੇ ਨਹੀਂ ਆਈ। ਇਸ ਕਰਕੇ ਜਦੋਂ ਜੱਜਮੈਂਟ ਸਾਹਮਣੇ ਆਏਗੀ ਤਾਂ ਉਹਨੂੰ ਪੂਰੀ ਪੜ੍ਹ ਕੇ ਉਹਦੇ 'ਚ ਕੀ ਰੀਜ਼ਨਿੰਗ ਹੈ, ਕੀ ਉਹਦੇ ਵਿੱਚ ਫਾਈਂਡਿੰਗ ਹੈ, ਉਹ ਡਿਟੇਲ ਤਾਂ ਉਦੋਂ ਪਤਾ ਲੱਗਣੀ ਹੈ। ਪਰ ਜਿਹੜੀ ਸਮਰੀ ਜਦੋਂ ਜੱਜ ਸਾਹਿਬ ਜਿਹੜਾ ਫੈਸਲਾ ਸੁਣਾਉਂਦੇ ਨੇ, ਜਿਹਨੂੰ ਅਸੀਂ ਪ੍ਰਨਾਊਂਸਮੈਂਟ ਕਹਿੰਦੇ ਆ, ਪ੍ਰਨਾਊਂਸਮੈਂਟ ਆਫ ਜੱਜਮੈਂਟ, ਤਾਂ ਉਸ ਵੇਲੇ ਉਹਦੀ ਜਿਹੜੀ ਸਮਰੀ ਜਿਹੜੀ ਹੁੰਦੀ ਹੈ ਨਾ, ਆਪਰੇਟਿਵ ਪਾਰਟ ਜਿਹਨੂੰ ਅਸੀਂ ਕਹਿੰਦੇ ਆ, ਉਹ ਉਸ ਵੇਲੇ ਅਨਾਊਂਸ ਕਰਦੇ ਆ, ਜਿਹਦੇ ਵਿੱਚ ਕਿਹਾ ਕਿ ਇਹ ਜਿਹੜਾ ਕਵਰ ਵਿਜੇ ਪ੍ਰਤਾਪ ਸਿੰਘ ਆ, ਇਹਦਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੋਣਾ ਗਲਤ ਸੀ, ਇਸ ਕਰਕੇ ਇਹਨੂੰ ਪਾਸੇ ਹਟਾਇਆ ਜਾ। ਦੂਸਰਾ ਕਿਹਾ ਕਿ ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਹਰਿਆਣੇ ਨੂੰ ਜਿਹੜੀ ਇਹਦੀ ਜਾਂਚ ਆ ਦੇ ਦੇਵਾਂਗੇ। ਤੀਸਰਾ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਅਸੀਂ CBI ਨੂੰ ਦੇ ਦੇਵਾਂਗੇ। ਹੁਣ ਇਹ ਸਾਰਾ ਕੁਝ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਸਾਡੇ ਸਾਹਮਣੇ ਜਿਹੜੀ ਇਸ ਵੇਲੇ ਹਾਈ ਕੋਰਟ ਦੇ ਫੈਸਲੇ ਦੇ ਸੰਬੰਧ ਦੇ ਵਿੱਚ ਸਾਡੇ ਸਾਹਮਣੇ ਆਇਆ, ਉਹਦੇ ਵਿੱਚ ਇਹ ਹੈ ਕਿ ਜਾਂਚ ਜਿਹੜੀ ਆ ਹੁਣ ਤੱਕ ਅੱਜ ਦੇ ਦਿਨ ਤੱਕ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ। ਨਵਾਂ ਪ੍ਰੋਸੈਸ, ਨਵੀਂ ਪ੍ਰਕਿਰਿਆ ਸ਼ੁਰੂ ਹੋਊਗੀ। ਉਹਦੇ ਵਿੱਚ ਜਿਹੜੇ ਆ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ, ਕਿਉਂਕਿ ਜਿਹੜਾ ਫੈਸਲਾ ਹੋਇਆ ਰਿਟ ਦੇ ਵਿੱਚ ਹੋਇਆ। ਇਹ ਰਿਟ ਜਿਹੜੀ ਹੈ ਸਿੰਗਲ ਜੱਜ ਦੀ ਆ। ਇਸ ਰਿਟ ਦੇ ਖਿਲਾਫ ਜਿਹੜਾ ਵਾ ਉਹ 2 ਜੱਜਾਂ ਦੇ ਵੀ ਜਿਹਨੂੰ LPA ਕਹਿੰਦੇ ਆ ਉਹ ਅਪੀਲ ਪਾ ਸਕਦੇ ਆ, ਸੁਪਰੀਮ ਕੋਰਟ 'ਚ ਵੀ ਜਿਹੜਾ ਜਾ ਸਕਦੇ ਆ। ਹਾਂ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹਦਾ ਹੁਣ ਕੀ ਅੱਜ ਕੀ ਹਾਲਤ ਹੈ, ਜੇ ਤਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ
ਤੇ ਇਹ ਸਿੰਗਲ ਜੱਜ ਦਾ ਜਿਹੜਾ ਵਾ ਹਾਈ ਕੋਰਟ ਦੇ ਜੱਜ ਸਾਹਿਬ ਦਾ ਫੈਸਲਾ ਸਟੇ ਹੋ ਜਾਂਦਾ ਤਾਂ ਇਹ ਜਿਹੜੀ ਹੁਣ ਤੱਕ ਦੀ ਇਨਕੁਆਇਰੀ ਇਨਵੈਸਟੀਗੇਸ਼ਨ ਆ ਉਹ ਅੱਗੇ ਵਧੇਗੀ। ਜੇ ਉਹ ਸਟੇ ਨਹੀਂ ਹੁੰਦਾ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਪੈਰ ਨਹੀਂ ਲੱਗਦੇ ਤਾਂ ਇਹਦਾ ਮਤਲਬ ਹੈ ਕਿ ਕੰਮ ਮੁੜ ਘੁੰਮ ਕੇ ਅਸੀਂ ਜ਼ੀਰੋ ਦੇ ਉੱਪਰ ਆ ਕੇ ਫਿਰ ਖੜ ਗਏ ਤੇ ਜਿਹੜਾ ਇੰਨਾ ਸਮਾਂ ਜਿਹੜਾ 6 ਸਾਲ ਦੇ ਲਗਭਗ ਵੇਸਟ ਹੋਇਆ ਉਹ ਦੁਬਾਰਾ ਨਵੇਂ ਸਿਰੇ ਹੋਏਗਾ। ਨਵੇਂ ਸਿਰੇ ਚੋਂ ਕਿਹੜਾ ਆਫੀਸਰ ਆਉਂਦਾ, ਕਿਹੜੀ ਸਰਕਾਰ ਆਉਂਦੀ ਹੈ, ਕੀ ਫਿਰ ਨਵੇਂ ਸਿਰੋਂ ਜਿਹੜਾ ਵਾਪਰਦਾ ਪੋਲੀਟੀਕਲ ਡਿਵੈਲਪਮੈਂਟਸ ਕੀ ਹੁੰਦੀਆਂ ਨੇ, ਇਹ ਸਾਰਾ ਕੁਝ ਜਿਹੜਾ ਵਾ ਹਵਾ ਦੇ ਵਿੱਚ ਰਹੇਗਾ। ਅਜੇ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਮਤਲਬ ਹਾਈ ਕੋਰਟ ਦੇ ਡਬਲ ਬੈਂਚ ਕੋਲ ਜਾਇਆ ਜਾ ਸਕਦਾ ਇਸ ਜਾਇਆ ਜਾ ਸਕਦਾ ਕਿਉਂਕਿ ਰਿਟ ਆ ਜਿਹੜੀ ਰਿਟ ਹੁੰਦੀ ਜਿਹਨੂੰ ਅਸੀਂ ਸਿਵਲ ਰਿਟ ਪਟੀਸ਼ਨ ਕਹਿੰਦੇ ਆ, ਉਹ ਜੇ ਸਿੰਗਲ ਜੱਜ ਦਾ ਫੈਸਲਾ ਹੁੰਦਾ ਤਾਂ ਉਹਦੇ ਖਿਲਾਫ ਜਿਹੜੀ ਆ LPA ਜਿਹੜੀ ਉਹ ਪੈ ਸਕਦੀ ਹੈ। ਉਹਦੀ ਅਪੀਲ ਜਿਹੜੀ ਹੈ 2 ਜੱਜਾਂ ਦੇ ਸਾਹਮਣੇ ਜਾ ਸਕਦੀ ਜਿਹਨੂੰ ਅਸੀਂ ਡਿਵੀਜ਼ਨ ਬੈਂਚ ਕਹਿੰਦੇ ਆ ਤੇ ਉਹ ਜੱਜ ਸਾਹਿਬ ਕੋਲ ਪੂਰੀ ਪਾਵਰ ਹੁੰਦੀ ਹੈ ਕਿ ਉਹ ਇਸ ਆਰਡਰ ਨੂੰ ਪਹਿਲੇ ਆਰਡਰ ਨੂੰ ਸਟੇ ਵੀ ਕਰ ਸਕਦੇ ਆ। ਉਹ ਇਸ ਨੂੰ ਪ੍ਰੀਲਿਮਿਨਰੀ ਦੇ ਵਿੱਚ ਹੀ ਜਿਹੜਾ ਵਾ ਲਿਮਨੀ ਦੇ ਵਿੱਚ ਹੀ 1 ਤਰੀਕ ਤੇ ਰੱਦ ਵੀ ਕਰ ਸਕਦੇ ਆ ਜੇ ਕੁਝ ਲੱਗੇ ਵੀ ਹਾਂ ਇਹਦੇ ਵਿੱਚ ਕੁਝ ਚੀਜ਼ ਨਹੀਂ ਹੈ ਤੇ ਉਹ ਇਸ ਨੂੰ ਜਿਹੜਾ ਵਾ ਐਡਮਿਟ ਕਰਕੇ ਜਿਹੜਾ ਰੱਖ ਵੀ ਸਕਦੇ ਆ ਕਿ ਦੇਖਾਂਗੇ ਇਹਦੀ ਲੰਬੀ ਸੁਣਵਾਈ ਦੀ ਲੋੜ ਹੈ, ਇਹ ਕੇਸ ਜਿਹੜਾ ਸੀਰੀਅਸ ਹੈ ਇਸ ਕਰਕੇ ਅਸੀਂ ਇਹਨੂੰ ਐਡਮਿਟ ਕਰਦੇ ਹਾਂ ਤੇ ਦੇਖਾਂਗੇ ਜਦੋਂ ਇਹਦੀ ਵਾਰੀ ਆਊਗੀ ਜਾਂ ਫਿਕਸ ਵੀ ਕਰ ਸਕਦੇ ਠੀਕ ਹੈ ਟੂ ਬੀ ਹਰਡ ਵਿਦਨ 1 ਈਅਰ 6 ਮੰਥ 2 ਈਅਰਸ। ਇਹ ਆਪਸ਼ਨ ਜਿਹੜੇ ਆ ਉਹ ਜੋ 2 ਜੱਜ ਸਾਹਿਬ ਦੇ ਸਾਹਮਣੇ ਹੋਣਗੇ। ਸੇਮ ਪ੍ਰਕਿਰਿਆ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਹੋਏਗੀ। WhatsApp ਇੱਕ ਗੱਲ ਜਿਹੜੀ ਹੈ ਇਹਦੇ ਜਿਹੜੀ ਦੁਬਾਰਾ FIR ਦਰਜ ਕਰਨਾ ਉਹ ਕਿੰਨੀ ਕੁ ਜਾਇਜ਼ ਸੀਗੀ? ਕਹਿੰਦੇ ਵੀ ਜਿਹੜੇ ਕਾਨੂੰਨੀ ਮਾਹਰ ਆ ਉਹਨਾਂ ਨੇ ਵੀ ਉਸ ਸਮੇਂ ਰਾਏ ਦਿੱਤੀ ਸੀ ਜਾਂ ਐਡਵੋਕੇਟ ਜਨਰਲ ਦਾ ਦਫ਼ਤਰ ਆ ਉਹਨੇ ਵੀ ਇੱਕ ਰਾਏ ਦਿੱਤੀ ਸੀ ਵੀ ਦੁਬਾਰਾ FIR ਨਾ ਕਰੋ ਤੇ ਇਹਦੇ ਵਿੱਚ ਹੀ ਤੁਸੀਂ ਜੋ ਐਡੀਸ਼ਨ ਕਰਨਾ ਚਾਹੁੰਦੇ ਹੋ ਕਰ ਲਓ ਜਿਹੜੀ ਪਹਿਲਾਂ ਤੋਂ ਦਰਜ ਹੈ। ਬਿਲਕੁਲ ਤੁਹਾਡੀ ਜਿਹੜੀ ਗੱਲ ਜੰਮੂ ਸਾਹਿਬ ਠੀਕ ਹੈ। ਮੈਨੂੰ ਇਹਦੇ ਬਾਰੇ ਤਾਂ ਕੋਈ ਨਿੱਜੀ ਤੌਰ ਤੇ ਜਾਣਕਾਰੀ ਨਹੀਂ ਹੈ ਕਿ AG ਆਫਿਸ ਨੇ ਕੀ ਲਿਖਿਆ ਜਾਂ ਕਿਹਨਾਂ ਹੋਰ ਰਿਪੋਰਟ ਦਿੱਤੀ, ਪਰ ਮੈਂ ਜਿਹੜਾ ਕਿੰਤੂ ਆ ਨਾ ਜਿਹੜਾ ਵੇਖੋ ਸੋਸ਼ਲ ਮੀਡੀਆ ਤੇ ਅੱਜ ਦੇ ਸਾਰੇ ਨਿਊਜ਼ਪੇਪਰ ਦੇ ਵਿੱਚ ਵੀ ਇੱਕ ਜਨਰਲ ਜਿਹੜਾ ਇੰਪ੍ਰੈਸ਼ਨ ਜਿਹੜਾ ਵਾ ਉਹ ਜਿਹੜਾ ਲਿਆਂਦਾ ਜਾ ਰਿਹਾ ਕਿ ਇਹ ਅਫਸਰ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਆ ਬਹੁਤ ਇਮਾਨਦਾਰ ਤੇ ਬਹੁਤ ਇੰਟੈਲੀਜੈਂਟ ਆਫਿਸਰ ਆ। ਵੇਖੋ ਮੈਂ ਉਹਨਾਂ ਨੂੰ ਜਾਣਦਾ ਨਹੀਂ ਹੈ ਨਿੱਜੀ ਤੌਰ ਦੇ ਉੱਤੇ, ਮੇਰਾ ਕੋਈ ਵਾਹ ਨਹੀਂ ਹੈ, ਨਾ ਹੀ ਮੈਂ ਇਹਦੇ ਬਾਰੇ ਕੋਈ ਜਿਹੜਾ ਵਾ ਉਹ ਕਮੈਂਟ ਕਰ ਸਕਦਾ, ਪਰ ਮੈਂ ਇਹ ਕਹਿ ਸਕਦਾ ਕਿ ਹੀ ਇਜ਼ ਅ IPS ਆਫਿਸਰ। IPS ਆਫਿਸਰ ਜਿਹੜਾ ਵਾ ਉਹ ਸੈਂਟਰਲ ਗਵਰਨਮੈਂਟ ਦੇ ਵਿੱਚੋਂ ਬੜੀ ਜਿਹੜਾ ਛਾਣ ਕੇ ਜਿਹੜਾ ਵਾ ਲੱਖਾਂ ਦੇ ਵਿੱਚੋਂ ਜਿਹੜਾ ਵਾ ਉਹ ਐਗਜ਼ਾਮ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਸਿਲੈਕਸ਼ਨ ਹੁੰਦੀ ਹੈ ਤੇ ਨੈਚੁਰਲੀ ਹੀ ਵੁੱਡ ਬੀ ਇੰਟੈਲੀਜੈਂਟ। ਪਰ ਸਵਾਲ ਇੱਥੇ ਇੰਟੈਲੀਜੈਂਸ ਦਾ ਨਹੀਂ ਹੈ, ਸਵਾਲ ਇਹ ਹੈ ਕਿ ਜਦੋਂ ਇੱਕ ਜਿਹੜਾ ASI ਹੈ ਨਾ ਉਹ ਵੀ ਜਦੋਂ ਪੰਜਾਬ ਕਿਸੇ ਵੀ ਪੁਲਿਸ ਸਰਵਿਸ ਦੇ ਵਿੱਚ ਆਉਂਦਾ ਹੈ ਤਾਂ ਉਹਦੀ ਜਿਹੜੀ ਮੁੱਢਲੀ ਟ੍ਰੇਨਿੰਗ ਇਹ ਹੁੰਦੀ ਹੈ ਕਿ ਇੱਕ ਘਟਨਾ ਦੇ ਬਾਰੇ ਦੇ ਵਿੱਚ ਇੱਕ ਹੀ FIR ਦਰਜ ਹੋ ਸਕਦੀ ਹੈ। ਇਹ ਬੇਸਿਕ ਜਿਹੜੀ ਚੀਜ਼ ਹੈ ਕਾਨੂੰਨ ਦੀ ਇਹ ਹੈ। ਹਾਂ ਜੇ ਉਹ ਜਿਹੜੀ FIR ਹੈ ਜਿਹੜੀ ਦਰਜ ਹੋਈ ਹੈ ਜੇ ਉਹਦੇ ਵਿੱਚ ਤੱਥ ਜਿਹੜੇ ਆ ਉਹ ਗਲਤ ਪਾਏ ਜਾਂਦੇ ਆ ਤਾਂ ਉਹਦੇ ਵਿੱਚ ਹੀ ਜਿਮਨੀ ਲਿਖ ਕੇ ਉਹਦੇ ਵਿੱਚ ਜਿਹੜੀਆਂ ਬਿਆਨ ਆਇਆ ਵਾ ਉਹਨੂੰ ਤੁਸੀਂ ਉਲਟ ਕੇ ਤੇ ਜਿਹੜੀ ਸੱਚਾਈ ਤੁਹਾਡੇ ਸਾਹਮਣੇ ਆਈ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਤੁਹਾਡੇ ਸਾਹਮਣੇ ਲਿਆਂਦੀ ਜਾਂਦੀ। ਹੁਣ ਪੰਜਾਬ ਦੇ ਵਿੱਚ ਨਾ ਜਿਹੜੇ ਸਾਡੇ ਸਰੋਤੇ ਆ ਬਾਹਰ ਵੀ ਤੇ ਪੰਜਾਬੀ ਵੀ ਆ ਉਹਨਾਂ ਨੂੰ ਬੜਾ ਕਲੀਅਰ ਹੈ ਕਿ ਹੁੰਦਾ ਵਾ ਕਿ ਕ੍ਰਾਸ ਕੇਸ ਹੋ ਗਿਆ ਜੀ, ਦੋਨੋਂ ਪਾਸੇ ਜਿਵੇਂ ਪੰਜਾਬੀ ਚ ਕਹਿੰਦੇ ਜੀ ਦੋਨੋਂ ਪਾਸੇ ਛੱਬੀਆਂ ਬਣ ਗਈਆਂ। ਹੁਣ ਜਦੋਂ ਦੋਨੋਂ ਪਾਸੇ ਛੱਬੀਆਂ ਬਣ ਗਈਆਂ ਲੜਾਈ ਹੋਈ ਦੋਵੇਂ ਪਾਸੇ ਜ਼ਖਮੀ ਹੋਏ ਤੇ ਉਹਦੇ ਵਿੱਚ ਇਹ ਹੁੰਦਾ ਇਹ ਨਹੀਂ ਕਿ 2 FIR ਦਰਜ ਹੁੰਦੀਆਂ ਨਾ, FIR ਇੱਕ ਧਿਰ ਵੱਲੋਂ ਦਰਜ ਹੋਏਗੀ, ਉਹਨਾਂ ਦਾ ਵਰਸ਼ਨ ਜਿਹੜਾ ਵਾ ਉਸ FIR ਦੇ ਵਿੱਚ ਲਿਖਿਆ ਜਾਊਗਾ ਜੋ ਵੀ ਉਹ ਕਹਿੰਦੇ ਨੇ। ਇਹਦੇ ਨਾਲ ਹੀ ਜਿਹੜੀ ਦੂਜੀ ਪਾਰਟੀ ਜਿਹੜੀ ਆ ਉਹ ਵਿਕਟਮ ਆ ਉਹ ਜ਼ਖਮੀ ਹੋਈ ਆ ਉਹਦਾ ਜਿਹੜਾ ਵਾ ਉਹਦੇ ਵਿੱਚ ਜਿਮਨੀ ਲਿਖੀ ਜਾਏਗੀ ਜਿਹਨੂੰ ਅਸੀਂ DDR ਕਹਿੰਦੇ ਆ, ਉਹਨਾਂ ਦੀ DDR ਲਿਖੀ ਜਾਏਗੀ ਔਰ DDR ਦੇ ਵਿੱਚ ਲਾਸਟ ਦੇ ਵਿੱਚ 4 ਲਾਈਨਾਂ ਜਿਹੜੀਆਂ ਉਹ ਲਿਖੀਆਂ ਹੁੰਦੀਆਂ ਜਿਹੜਾ ਹਰ ਬੱਚੇ ਨੂੰ ਪਤਾ, ਮਤਲਬ ਬੱਚੇ ਦਾ ਮੇਰਾ ਮਤਲਬ ਕਿ ਜਿਹੜਾ ਈਵਨ ਜਿਹੜਾ ਆਮ ਸਿਪਾਹੀ ਵੀ ਭਰਤੀ ਹੁੰਦਾ 5-7 ਸਾਲ ਦਾ, ਹਵਾਲਦਾਰ ਵੀ ਹੁੰਦਾ, ਮੁਨਸ਼ੀ ਵੀ ਹੁੰਦਾ, ASA ਹੁੰਦਾ, ਉਹਨੂੰ ਵੀ ਇਹ ਪਤਾ ਹੁੰਦਾ ਕਿ ਇਹ ਨਹੀਂ ਹੈ ਕਿ ਜਿਹੜੇ ਦੂਜੇ ਬੰਦੇ ਜ਼ਖਮੀ ਹੋਏ ਆ ਤੇ ਅਸੀਂ ਉਹਨਾਂ ਦੀ ਨਵੀਂ FIR ਲਿਖਣੀ ਆ ਨਾ, ਉਹ ਉਸੇ FIR ਦੇ ਵਿੱਚ ਹੀ DDR ਲਿਖਣਗੇ। DDR ਉਹਦੀ ਪੂਰੀ ਸਟੋਰੀ ਲਿਖ ਕੇ ਜੋ ਉਹਨਾਂ ਨੇ ਕਿਹਾ ਵੀ ਇਹਨੇ ਇਹਦੇ ਕੋਲ ਬਰਸ਼ਾ ਸੀ, ਇਹਦੇ ਕੋਲ ਗੰਡਾਸਾ ਸੀ, ਇਹਦੇ ਕੋਲ ਆ ਸੀ, ਇਹਨੇ ਇੱਥੇ ਮਾਰੀ ਆ ਮਾਰੇ ਤੇ ਲਾਸਟ 4 ਲਾਈਨਾਂ ਲਿਖਦੇ ਆ ਕਿਉਂਕਿ ਇਸੇ ਹੀ ਘਟਨਾ ਦੇ ਸੰਬੰਧ ਦੇ ਵਿੱਚ ਆਲਰੇਡੀ FIR ਨੰਬਰ ਇੰਨਾ ਦਰਜ ਹੋ ਚੁੱਕੀ ਆ ਤੇ ਇਸ ਕਰਕੇ ਇਹ ਵੀ ਘਟਨਾ ਉਹਦੇ ਨਾਲ ਹੀ ਵਾਪਰੀ ਹੈ, ਇਸ ਕਰਕੇ ਇਹਦੀ ਜਾਂਚ ਵੀ ਉਸੇ FIR ਦੇ ਵਿੱਚ ਕੀਤੀ ਜਾਏਗੀ। ਇਸ ਕਰਕੇ ਲਾ ਜਿਹੜਾ ਬੜਾ ਸੈਟਲਡ ਆ।
ਹੁਣ ਇਹ ਜਿਹੜਾ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਉਂ ਨਹੀਂ ਪਤਾ ਲੱਗਾ ਇਸ ਗੱਲ ਦਾ ਕਿ FIR ਆਲਰੇਡੀ ਦਰਜ ਹੋ ਗਈ ਆ। ਹਾਂ ਠੀਕ ਹੈ, ਉਹਦੇ ਵਿੱਚ ਜਿਹੜਾ ਵਾ ਉਸ ਵੇਲੇ ਪ੍ਰੋਪਰ ਜਿਹੜਾ ਦੂਜਾ ਵਰਸ਼ਨ ਸੀ ਉਹ ਨਹੀਂ ਲਿਆਂਦਾ ਗਿਆ, ਤਾਂ ਉਹ ਵਰਸ਼ਨ ਜਿਹੜਾ ਵਾ ਉਸੇ FIR ਦੇ ਵਿੱਚ DDR ਪਾ ਕੇ, ਜਿਮਨੀਆਂ ਪਾ ਕੇ ਉਹਦੇ ਵਿੱਚ ਉਹ ਵਰਸ਼ਨ ਵੀ ਲਿਆ ਕੇ ਲਿਖਿਆ ਜਾ ਸਕਦਾ ਸੀ, ਤੇ ਜਾਂਚ ਜਿਹੜੀ ਆ ਉਸੇ FIR ਦੇ ਵਿੱਚ ਹੀ ਕੰਟੀਨਿਊ ਰਹਿ ਸਕਦੀ ਸੀ। ਜੋ ਵੀ ਉਹਨਾਂ ਨੇ ਜਾਂਚ ਕਰਨੀ ਸੀ ਉਹਦੇ ਵਿੱਚ ਰਹਿ ਸਕਦੀ ਸੀ। ਇਸ ਕਰਕੇ ਇਹ ਜਿਹੜਾ ਬੇਸਿਕ ਜਿਹੜੀ ਗੱਲ ਕੀਤੀ ਆ ਉਹ ਗਲਤ ਕੀਤੀ ਗਈ ਆ। ਮੈਂ ਇਹ ਨਹੀਂ ਕਹਿ ਸਕਦਾ ਕਿ ਅਣਜਾਣੇ ਦੇ ਵਿੱਚ ਹੋਈ ਆ ਜਾਂ ਜਾਣ ਬੁੱਝ ਕੇ ਨੋਇੰਗਲੀ ਔਰ ਅਨਨੋਇੰਗਲੀ ਆ, ਪਰ ਇੱਕ ਬਹੁਤ ਵੱਡੀ ਜਿਹੜੀ ਆ ਬਲੰਡਰ ਕੀਤਾ ਗਿਆ। ਔਰ ਇਹ ਬਲੰਡਰ ਮੈਂ ਕਹਾਂਗਾ ਕਿ ਇੱਕ ਮੁਨਸ਼ੀ ਤੋਂ ਵੀ ਆਸ ਨਹੀਂ ਕੀਤਾ ਜਾ ਸਕਦਾ। ਫਿਰ ਇਹ ਤਾਂ ਜਿਹੜਾ IPS ਆਫੀਸਰ ਆ, ਉਹ IPS ਆਫੀਸਰ ਵੀ ਮੇਰਾ ਖਿਆਲ 20 ਸਾਲ ਤੋਂ ਉੱਪਰ ਸ਼ਾਇਦ ਉਹਨਾਂ ਦੀ ਜਿਹੜੀ ਹੈ ਸਰਵਿਸ ਹੋ ਚੁੱਕੀ ਹੈ, ਔਰ ਸ਼ਾਇਦ 8 ਸਾਲ ਬਾਅਦ ਉਹਨਾਂ ਨੇ ਰਿਟਾਇਰ ਹੋਣਾ। ਤੇ ਇਸ ਹਾਲਤ ਦੇ ਵਿੱਚ ਮਤਲਬ ਇਹੋ ਜਿਹਾ ਬਲੰਡਰ ਕਰਨਾ, ਇਹ ਜਿਹੜਾ ਵਾ ਇਹ ਮੰਨਣ ਦੇ ਵਿੱਚ ਨਹੀਂ ਆਉਂਦਾ ਕਿ ਅਣਜਾਣੇ ਦੇ ਵਿੱਚ ਹੋ ਗਿਆ। ਕੀ ਹੋਇਆ ਕੀ ਨਹੀਂ ਹੋਇਆ, ਇਹ ਮਿਸਟਰੀ ਜਿਹੜੀ ਆ ਇਹ ਤਾਂ ਉਹੀ ਜਿਹੜੇ ਆ ਆਫੀਸਰ ਦੱਸ ਸਕਦੇ ਆ। ਭੱਟ ਸਾਹਿਬ, ਇਸ ਕਿਸਮ ਦੀ ਵੀ ਜਾਣਕਾਰੀ ਆਈ ਸਾਡੇ ਕੋਲ ਵੀ, ਜਿਹਦੇ ਚ ਕਿਹਾ ਜਾਂਦਾ ਵੀ ਪਹਿਲੀ ਮੀਟਿੰਗ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਦੇ ਵਿੱਚ 4 ਮੰਤਰੀ ਹਾਜ਼ਰ ਸੀ, ਜਿਨ੍ਹਾਂ ਚ ਤ੍ਰਿਪਤ ਰਜਿੰਦਰ ਬਾਜਵਾ ਸੀ, ਸੁਖ ਸਰਕਾਰੀਆ ਸੀਗਾ, ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਸੀਗੇ। ਉਸ ਮੀਟਿੰਗ ਦੇ ਵਿੱਚ ਐਡਵੋਕੇਟ ਜਨਰਲ ਵੀ ਹਾਜ਼ਰ ਸੀਗੇ। ਉਹ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚ ਕਹਿੰਦੇ ਵੀ IG ਨੇ ਕਿਹਾ ਵੀ ਮੈਂ ਜਿਹੜੀ ਸਿੱਧੀ ਤੁਹਾਨੂੰ ਰਿਪੋਰਟ ਕਰਾਂਗਾ, ਕਿਸੇ ਹੋਰ ਨੂੰ ਨਹੀਂ ਕਰਾਂਗਾ। ਤੇ ਉਸ ਤੋਂ ਬਾਅਦ ਜਿਹੜੇ ਮੰਤਰੀ ਸੀਗੇ ਚਾਰੇ, ਉਹਨਾਂ ਨੂੰ ਮੁੜ ਕੇ ਨਹੀਂ ਬੁਲਾਇਆ ਗਿਆ। ਤੋ ਮੰਤਰੀਆਂ ਨੇ ਵੀ ਹੁਣ ਇਸ ਗੱਲ ਤੋਂ ਪੱਲਾ ਝਾੜ ਲਿਆ ਵੀ ਅਸੀਂ ਕੋਈ ਜ਼ਿੰਮੇਵਾਰ ਨਹੀਂ, ਇਹਦੇ ਲਈ ਮੁੱਖ ਮੰਤਰੀ ਕੁੰਵਰ ਵਿਜੇ ਪ੍ਰਤਾਪ ਜਾਂ ਉਹਨਾਂ ਦਾ ਐਡਵੋਕੇਟ ਜਨਰਲ ਆਫਿਸ ਹੀ ਜ਼ਿੰਮੇਵਾਰ ਹੈ ਵੀ ਇਸ ਕੇਸ ਦੇ ਵਿੱਚ ਕੀ ਹੋਇਆ। ਤੇ ਇਹਦੇ ਤੋਂ ਇਹ ਨਹੀਂ ਲੱਗਦਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਤੇ ਘਿਰ ਜਾਣਗੇ, ਕਿਉਂਕਿ ਵਿਰੋਧੀਆਂ ਨੇ ਵੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਹਮਲਾ ਸਿੱਧਤ ਕਰਤਾ। ਇਹਦੇ ਬਾਰੇ ਤੁਹਾਡੇ ਕਹਿਣਾ? ਦੇਖੋ ਜੀ ਜੰਮੂ ਸਾਹਿਬ ਜੀ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਹੜਾ ਤੁਸੀਂ ਦੱਸਿਆ ਵਾ, ਤੁਸੀਂ ਠੀਕ ਕਿਹਾ ਹੋਊਗਾ ਕਿ ਇਸ ਤਰ੍ਹਾਂ ਦੀ ਜਿਹੜੀ ਮੀਟਿੰਗ ਹੋਈ ਆ, ਪਰ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਿਹਦੇ ਅੰਦਰ ਜਿਹੜੀ ਹੈ ਕਿਸੇ ਵੀ ਕ੍ਰਿਮੀਨਲ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ, ਉਹਦੇ ਵਿੱਚ ਕੋਈ ਸਿੱਟ ਬਣਦੀ ਹੈ ਜਾਂ ਸਪੈਸ਼ਲ ਟੀਮ ਬਣਦੀ ਆ ਜਾਂ ਕਿਸੇ ਸੀਨੀਅਰ ਆਫੀਸਰਸ ਨੂੰ ਇਨਵੈਸਟੀਗੇਸ਼ਨ ਦਿੱਤੀ ਜਾਂਦੀ ਆ, ਤਾਂ ਜਨਰਲੀ ਜਿਹੜਾ ਵਾ ਇਹ ਹੁੰਦਾ ਕਿ ਉਸ ਨੇ ਆਪਣੇ ਉੱਪਰ ਜਿਹੜਾ ਉਹਦਾ ਸੀਨੀਅਰ ਆਫੀਸਰ ਹੈ, DGP ਹੋ ਗਿਆ, ADGP ਹੋ ਗਿਆ, ਉਸ ਨੂੰ ਆਪਣੀ ਜਿਹੜੀ ਜਾਣਕਾਰੀ ਆ ਉਹ ਦੇਣੀ ਹੁੰਦੀ। ਇਸ ਮਾਮਲੇ ਦੇ ਵਿੱਚ ਕਿਉਂਕਿ ਅਮਰਿੰਦਰ ਸਿੰਘ ਉਹਨਾਂ ਕੋਲ, ਜਿੱਥੋਂ ਤੱਕ ਮੈਨੂੰ ਜਾਣਕਾਰੀ, ਉਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਹੋਮ ਮਿਨਿਸਟਰੀ ਵੀ ਉਹਨਾਂ ਕੋਲ ਹੈ, ਤੇ ਇਹ ਜਿਹੜੀ ਸਾਰੀ ਪੁਲਿਸ ਪ੍ਰਸ਼ਾਸਨ ਹੈ ਉਹ ਉਹਨਾਂ ਦੇ ਅੰਡਰ ਹੀ ਜਿਹੜਾ ਵਾ ਉਹ ਆਉਂਦਾ ਹੈ। ਤੇ ਇਸ ਕਰਕੇ ਇਹ ਕਿਉਂਕਿ ਬਹੁਤ ਸੈਂਸਿਟਿਵ ਜਿਹੜਾ ਕੇਸ ਸੀ, ਇਸ ਕਰਕੇ ਸਾਰੀ ਜਿਹੜੀ ਰਿਪੋਰਟ ਜੋ ਵੀ ਇਨਵੈਸਟੀਗੇਸ਼ਨ ਹੁੰਦੀ ਆ ਇਹ ਡਾਇਰੈਕਟਲੀ ਉਹਨਾਂ ਨੂੰ ਦਿੱਤੀ ਜਾਂਦੀ ਸੀ, ਆਪਣੇ ਹੋਮ ਮਿਨਿਸਟਰ ਦੇ ਤੌਰ ਦੇ ਉੱਤੇ CM ਸਾਹਿਬ ਨੂੰ। ਤਾਂ ਇਹ ਜਿਹੜੀ ਨੈਚੁਰਲ ਜਿਹੜੀ ਚੀਜ਼ ਹੈ ਉਹ ਹੋ ਸਕਦੀ ਹੈ। ਹਾਂ, ਜਿਹੜੀ ਗੱਲ ਤੁਸੀਂ ਕਹੀ ਆ ਕਿ ਸਾਰਾ ਕੁਝ ਉਹਨਾਂ ਤਾਂ ਦੇਖੋ, ਇੱਕ ਸਾਰੇ ਪ੍ਰੋਸੈਸ ਦੇ ਵਿੱਚ ਜੇ ਤਾਂ ਜਿਹੜੀ ਆ ਸਫਲਤਾ ਹੋ ਜਾਵੇ ਤਾਂ ਉਹਦੀ ਰਿਸਪੌਂਸਿਬਿਲਟੀ ਵੀ ਜਿਹੜੀ ਆ ਉਸ ਜਿਹੜਾ ਇੰਚਾਰਜ ਆ, ਜਿਹੜਾ ਟੀਮ ਦਾ ਲੀਡਰ ਆ ਜਾਂ ਜਿਹੜਾ ਗਵਰਨਮੈਂਟ ਦਾ ਹੈੱਡ ਹੈ, ਉਹਨਾਂ ਨੂੰ ਜਾਣੀ ਆ। ਔਰ ਜੇ ਉਹਦੇ ਵਿੱਚ ਫਲਿਓਰ ਹੈ ਤਾਂ ਘੱਟੋ ਘੱਟ ਜਿਹੜੀ ਹੈ ਅਸੀਂ ਜਿਹਨੂੰ ਕਹਿੰਦੇ ਨੈਤਿਕ ਜ਼ਿੰਮੇਵਾਰੀ, ਮੋਰਲ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਤਾਂ ਸਰਕਾਰ ਦੀ ਜਾਂ CM ਦੀ ਇਸ ਕੇਸ ਦੇ ਵਿੱਚ ਬਣਦੀ ਆ ਕਿ ਦੇਖੋ ਇੰਨੀ ਵੱਡੀ ਜਿਹੜੀ ਆ ਇਹਨਾਂ ਦੀ ਵਕੀਲਾਂ ਦੀ ਟੀਮ ਹੋਵੇ। ਕੋਈ 170-80 ਦੇ ਲਾਗੇ ਪੰਜਾਬ ਗਵਰਨਮੈਂਟ ਦੇ ਜਿਹੜੇ ਵਕੀਲ ਹੈ ਉਹ ਸਿਰਫ ਹਾਈ ਕੋਰਟ ਦੇ ਵਿੱਚ ਸਰਕਾਰੀ ਵਕੀਲ ਬੈਠੇ ਆ, ਜਿਹੜੇ ਕਰੋੜਾਂ ਰੁਪਈਆ ਜਿਹੜਾ ਵਾ ਉਹ ਤਨਖਾਹਾਂ ਦਾ ਤੇ ਹੋਰ ਜੋ ਜਿਹੜੀਆਂ ਉਹਨਾਂ ਦੀਆਂ ਅਲਾਉਂਸਸ ਆ ਉਹਦੇ ਉੱਤੇ ਜਾਂਦਾ। ਤੇ ਉਹਦੇ ਬਾਵਜੂਦ ਵੀ ਕੀ ਉੱਥੇ ਕੋਈ ਦੱਸਣ ਵਾਲਾ ਨਹੀਂ ਸੀ ਹੈ ਇਸ ਆਫੀਸਰ ਨੂੰ ਕਿ ਭਾਈ ਜਿਹੜੀ ਹੈ ਇਸ ਗੱਲ ਦੇ ਉੱਤੇ ਇੱਕੇ ਘਟਨਾ ਦੇ ਉੱਤੇ 2 FIR ਦਰਜ ਨਹੀਂ ਹੋ ਸਕਦੀਆਂ। ਤੇ ਹੋਰ ਵੀ ਜਿਹੜੀਆਂ ਉਹਦੇ ਵਿੱਚ ਸਾਹਮਣੇ ਸ਼ਾਰਟ ਕਮੀਜ਼ ਗਾਈਆਂ, ਇਹ ਤਾਂ ਇੱਕ ਇਸ਼ੂ ਆ। ਦੂਸਰਾ ਇਸ਼ੂ ਉਹਦੇ ਵਿੱਚ ਜਿਹੜਾ ਆਇਆ ਜੰਮੂ ਸਾਹਿਬ, ਉਹ ਇਹ ਹੈ ਕਿ ਇਹ ਜਿਹੜੀ ਟੀਮ ਹੈ ਇਹ 3 ਆਫੀਸਰ ਦੀ ਟੀਮ ਸੀ, ਤੇ ਜਦੋਂ ਇਨਵੈਸਟੀਗੇਸ਼ਨ ਕਰਕੇ ਦਿੱਤੀ ਆ ਤੇ ਸਾਈਨ ਸਿਰਫ ਜਿਹੜੇ ਕਵਰ ਵਿਜੇ ਪ੍ਰਤਾਪ ਦੇ ਸਿਰਫ ਸਾਈਨ ਇਹਨਾਂ ਦੇ, ਤੇ ਬਾਕੀ ਜਿਹੜੇ ਬੰਦੇ ਉਹ ਕਿੱਥੇ ਗਏ? ਇਹ ਜਿਹੜੀ ਆ ਇੱਕ ਬੰਦੇ ਦੀ ਟੀਮ ਨਹੀਂ ਹੁੰਦੀ, ਇਹ 3 ਬੰਦਿਆਂ ਦਾ। ਤੇ ਇਹਦਾ ਮਤਲਬ ਕਿ 1/3 ਜਿਹੜੀ ਆ ਉਹ ਰਿਪੋਰਟ ਕਰਕੇ ਤੇ ਭੇਜ ਦੇਵੇ ਨਾ। ਉਹਦੇ ਵਿੱਚ ਜਿਹੜੀ ਕਲੈਕਟਿਵ ਰਿਸਪੌਂਸਿਬਿਲਟੀ, ਸਮੂਹਿਕ ਜ਼ਿੰਮੇਵਾਰੀ ਉਸ SIT ਦੀ ਹੁੰਦੀ ਹੈ। ਤੇ ਜੇ ਉਹ SIT ਪੂਰੀ ਤਰ੍ਹਾਂ ਨੂੰ ਇੰਡੋਰਸ ਕਰਕੇ ਕਲੈਕਟਿਵਲੀ ਨਹੀਂ ਭੇਜਦੀ ਤਾਂ ਉਹ ਜਿਹੜੀ ਸਾਰੀ ਪ੍ਰੋਸੀਡਿੰਗ ਹੋਈ ਹੈ, ਸਾਰੀ ਕਾਰਵਾਈ ਹੋਈ ਹੈ, ਉਹਦੀ ਕੋਈ ਵੈਲਿਊ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਇਹ ਨਹੀਂ ਹੈ ਕਿ ਕਵਰ ਵਿਜੇ ਪ੍ਰਤਾਪ ਕਿਉਂਕਿ SIT ਦਾ ਹੈੱਡ ਸੀ ਤੇ ਉਹਨੇ ਆ ਘੁੱਗੀ ਮਾਰੀ ਤੇ ਜਾ ਕੇ ਸੁੱਟਤਾ। ਨੋ, ਇਟ ਇਜ਼ ਇਲੀਗਲ।
ਇਟ ਇਜ਼ ਐਬਸੋਲੂਟਲੀ ਇਲੀਗਲ। ਔਰ ਜੋ ਹੈ ਮੈਨੂੰ ਇਹ ਵੀ ਮੈਂ ਨਾਲ ਕਹਿਣ ਕਿ ਇਹ ਗਲਤ ਹੋਇਆ ਕਿ ਠੀਕ ਹੋਇਆ। ਔਰ ਉਸ ਵੇਲੇ ਵੀ ਜਦੋਂ ਰਿਪੋਰਟ ਦਿੱਤੀ ਗਈ ਆ, ਉਸ ਵੇਲੇ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਜਿਹੜਾ ਵਾ ਉਹ ਸਸਪੈਂਡ ਕੀਤਾ ਸੀ, SIT ਤੋਂ ਸਸਪੈਂਡ ਕੀਤਾ ਸੀ, ਡਿਊਟੀ ਤੋਂ ਹਟਾਤਾ, ਡਿਊਟੀ ਤੋਂ ਹਟਾ ਦਿੱਤਾ ਸੀ। ਤੇ ਡਿਊਟੀ ਤੋਂ ਹਟਾਇਆ ਹੋਇਆ ਜਦੋਂ ਕਿ ਉਹ SIT ਦੇ ਵਿੱਚ ਨਹੀਂ ਹੈ, ਅਜੇ ਇਲੈਕਸ਼ਨ ਜਿਹੜਾ ਪ੍ਰੋਸੈਸ ਹੈ ਕੰਪਲੀਟ ਨਹੀਂ ਸੀ ਹੋਇਆ, ਤਾਂ ਉਹਨਾਂ ਨੇ ਵਿੱਚੋਂ ਜਾ ਕੇ ਜਿਹੜੀ ਰਿਪੋਰਟ ਸਾਈਨ ਕਰਕੇ ਤੇ ਕੋਰਟ ਦੇ ਵਿੱਚ ਦੇ ਦਿੱਤੀ। ਡੈਟ ਇਜ਼ ਆਲਸੋ ਇਲੀਗੈਲਿਟੀ ਕਿ ਜਦੋਂ ਤੁਸੀਂ ਉਸ ਆਫਿਸ ਦੇ ਉੱਤੇ ਹੀ ਨਹੀਂ ਹੈ ਤਾਂ ਤੁਸੀਂ ਜਿਹੜਾ ਕਿਵੇਂ ਇਸ ਨੂੰ ਇਨਵੈਸਟੀਗੇਸ਼ਨ ਜਿਹੜਾ ਕਰ ਸਕਦੇ ਹੋ। ਔਰ ਮੈਂ ਸਾਰੀਆਂ ਇਸੇ ਕਰਕੇ ਗੱਲਾਂ ਕਹਿ ਰਿਹਾ ਕਿ ਅੱਜ ਜੋ ਅਖਬਾਰਾਂ ਦੇ ਵਿੱਚ ਜੋ ਸੋਸ਼ਲ ਮੀਡੀਆ ਦੇ ਵਿੱਚ ਉਹਦੇ ਬਾਰੇ ਸੋਲੇ ਗਾਏ ਜਾ ਰਹੇ, ਉਹਨੂੰ ਬੜਾ ਵੱਡਾ ਜਿਹੜਾ ਉਹ ਨਾਇਕ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ। ਤਾਂ ਇਹ ਜਿਹੜੀਆਂ ਬੇਸਿਕ ਕਮੀਆਂ, ਬੇਸਿਕ ਸ਼ਾਰਟ ਕਮੀਆਂ ਜਿਹੜੀਆਂ ਆਈਆਂ ਨੇ, ਕੀ ਜਾਣਬੁੱਝ ਕੇ ਆਈਆਂ ਕਿ ਅਣਜਾਣੇ ਚ ਆਈਆਂ, ਇਹ ਇੱਕ ਕੁਐਸਚਨ ਮਾਰਕ ਬਹੁਤ ਵੱਡਾ ਖੜਾ ਹੈ। ਔਰ ਇਹ ਮੈਨੂੰ ਉਮੀਦ ਹੈ ਕਿ ਜਦੋਂ ਜੱਜਮੈਂਟ ਜਿਹੜੀ ਕੰਪਲੀਟ ਜੱਜਮੈਂਟ ਜਿਹੜਾ ਫੈਸਲਾ ਹਾਈ ਕੋਰਟ ਦਾ ਆਏਗਾ, ਜੇ ਅਪਲੋਡ ਨਹੀਂ ਹੋਇਆ ਤਾਂ ਉਸ ਵੇਲੇ ਇਹ ਬਿਲਕੁਲ ਗੱਲ ਕਲੀਅਰ ਹੋ ਜਾਏਗੀ ਕਿ ਇਹ ਕਿਉਂ ਕੀਤਾ ਗਿਆ ਤੇ ਇਹਦੇ ਤੇ ਕਿਸ ਦਾ ਫਾਲਟ ਸੀ, ਜਾਣ ਕੇ ਕੀਤਾ ਗਿਆ ਜਾਂ ਅਣਜਾਣੇ ਦੇ ਵਿੱਚ ਕੀਤਾ ਗਿਆ। ਸਾਹਿਬ ਇਸੇ ਦੌਰਾਨ ਨਾ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਇੱਕ ਲੰਮੀ ਚੌੜੀ ਸਟੇਟਮੈਂਟ ਦਿੱਤੀ ਹੈ। ਉਹਦੇ ਵਿੱਚ ਉਹਨਾਂ ਕਿਹਾ ਵੀ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਦੀ ਫੇਲੀਅਰ ਆ, ਅਤਲਨੰਦਾ ਬਹੁਤ ਪੈਸਾ ਖਰਚਿਆ, ਕਰੋੜਾਂ ਚ ਰੁਪਈਆ ਖਰਚਦਾ, ਨਤੀਜਾ ਕੋਈ ਨਹੀਂ ਮਿਲਿਆ। ਪਹਿਲੇ ਕੇਸਾਂ ਦੇ ਵਿੱਚ ਵੀ ਉਹਨਾਂ ਦੀ ਫੇਲੀਅਰ ਹੈ। ਇਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਕਿ ਉਹ ਅਤਲਨੰਦਾ ਨੂੰ ਚੱਲਦਾ ਕਰਨ ਤੇ ਦੂਜਾ ਜਿਹੜੀ ਇਹ ਸਾਰੀ ਸਥਿਤੀ ਹੈ ਉਹਦੇ ਤੇ ਵਿਚਾਰ ਕਰਨ ਲਈ ਪਾਰਟੀ ਦੇ ਵਿਧਾਇਕਾਂ ਦੀ, ਸੰਸਦ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਸੱਦਣ। ਇਹਦੇ ਬਾਰੇ ਕੀ ਖਿਆਲ ਆ? ਉਹਨਾਂ ਨੇ ਪਹਿਲਾਂ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੇ ਉੱਪਰ ਹਮਲੇ ਕਰਦੇ ਸੀ, ਪਰ ਅੱਜ ਉਹਨਾਂ ਨੇ ਇੱਕ ਵੱਖਰਾ ਰੂਟ ਅਪਣਾਇਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਦੇਖੋ ਜੀ ਜੰਮੂ ਸਾਹਿਬ, ਮੈਂ ਇਹਦੇ ਬਾਰੇ ਦੱਸ ਦਿਆਂ ਕਿ ਜਿਹੜਾ ਐਡਵੋਕੇਟ ਜਨਰਲ ਮਿਸਟਰ ਅਤੁਲ ਨੰਦਾ ਹੈ, ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਦੇ ਵੀ ਰੈਗੂਲਰ ਪ੍ਰੈਕਟਿਸ ਇੱਥੇ ਨਹੀਂ ਸੀ ਕਰਦੇ ਹੈ, ਦਿੱਲੀ ਦੇ ਵਿੱਚ ਸੀ। ਤੇ ਜਦੋਂ ਇਹ ਸਰਕਾਰ ਜਦੋਂ ਹੁਣ ਬਣੀ ਆ ਤੇ ਉਸ ਤੋਂ ਪਹਿਲੀ ਸਰਕਾਰ ਬਣੀ ਸੀ ਤੇ ਪਹਿਲੀਆਂ ਇਲੈਕਸ਼ਨਾਂ ਹੋਈਆਂ ਸੀ ਜਦੋਂ ਕਿ ਇੱਕ ਜਿਹੜਾ ਜਨਰਲ ਆ ਰਿਹਾ ਸੀ ਕਿ ਇਸ ਵੇਲੇ ਕਾਂਗਰਸ ਜਿੱਤ ਜਾਏਗੀ। ਉਸ ਵੇਲੇ ਵੀ ਇਹ ਅਤੁਲ ਨੰਦਾ ਜਿਹੜਾ ਵਾ ਦਿੱਲੀ ਛੱਡ ਕੇ ਤੇ ਇੱਥੇ ਜਿਹੜਾ ਚੰਡੀਗੜ੍ਹ ਦੇ ਵਿੱਚ ਡੇਰੇ ਲਾ ਲਏ ਸੀ ਕਿ ਇਸ ਵੇਲੇ ਕਾਂਗਰਸ ਦੀ ਸਰਕਾਰ ਬਣਨੀ ਆ ਤੇ ਮੈਂ ਜਿਹੜਾ ਉਹਦੇ ਵਿੱਚ AG ਐਡਵੋਕੇਟ ਜਨਰਲ ਜਿਹੜਾ ਵਾ ਉਹਦੀ ਮੈਂ ਰਿਸਪੌਂਸਿਬਿਲਿਟੀ ਮੈਨੂੰ ਮਿਲੇਗੀ। ਅਨਫੋਰਚੂਨੇਟਲੀ ਉਸ ਵੇਲੇ ਜਿਹੜੀ ਹੈ ਸਰਕਾਰ ਕਾਂਗਰਸ ਦੀ ਨਹੀਂ ਬਣ ਸਕੀ ਤੇ ਇਹਨਾਂ ਆਪਦਾ ਜਿਹੜਾ ਸੀ ਉਹ ਜੁੱਲੀ ਬਿਸਤਰਾ ਚੱਕਿਆ ਤੇ ਵਾਪਸ ਦਿੱਲੀ ਜਿਹੜਾ ਚਲੇ ਗਏ। 12 ਦੀ ਗੱਲ ਹੈ ਮੇਰੇ ਕੋਲ। ਹਾਂਜੀ, ਜਿਹੜੀਆਂ ਇਸ ਤੋਂ ਪਹਿਲੀਆਂ ਇਲੈਕਸ਼ਨਾਂ ਹੋਈਆਂ, ਹੁਣ 22 ਦੇ ਵਿੱਚ ਹੋਣ ਜਾ ਰਹੀਆਂ ਤੇ 17 'ਚ ਜਿਹੜੀਆਂ ਇਲੈਕਸ਼ਨ ਹੋਈਆਂ ਉਸ ਵੇਲੇ ਵੀ ਹੋਇਆ। ਹੁਣ ਜਿਹੜੀਆਂ 4 ਸਾਲ ਪਹਿਲਾਂ ਇਲੈਕਸ਼ਨਾਂ ਹੋਈਆਂ ਤਾਂ ਇਸ ਵੇਲੇ ਕਾਂਗਰਸ ਦੀ ਸਰਕਾਰ ਬਣੀ ਔਰ ਜਿਹੜਾ ਨਿੱਜੀ ਸਬੰਧ ਇਹਨਾਂ ਦੇ ਜਿਹੜੇ ਕੈਪਟਨ ਸਾਹਿਬ ਦੇ ਨਾਲ ਆ ਤੇ ਇਹਨਾਂ ਨੂੰ AG ਆਫਿਸ ਦੇ ਵਿੱਚ ਦਿੱਲੀ ਤੋਂ ਚੱਕ ਕੇ ਫਿਰ ਇੱਥੇ ਲਿਆਂਦਾ ਗਿਆ। ਔਰ ਇਹਨਾਂ ਤੇ ਬੜੀ ਇੱਕ ਜਿਹੜੀ ਹੈ ਇੱਕ ਬਹਿਸ ਮੁਬਾਸਾ ਜਿਹੜਾ ਹੋਇਆ ਕਿ ਕੀ ਜ਼ਰੂਰਤ ਸੀ ਇਹਨੂੰ ਦਿੱਲੀ ਤੇ ਲਿਆਉਣ ਦੀ, ਕੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੋਈ ਜਿਹੜੇ ਹੈ ਉਹ ਕੁਆਲੀਫਾਈਡ ਜਾਂ ਕੰਪੀਟੈਂਟ ਜਿਹੜੇ ਵਕੀਲ ਜਿਹੜੇ ਉਹ ਸਾਹਿਬਾਨ ਨਹੀਂ ਹੈ ਜਿਨ੍ਹਾਂ ਨੂੰ ਇਹ ਰਿਸਪੌਂਸਿਬਿਲਿਟੀ ਜਿਹੜੀ ਹੈ ਉਹ ਦਿੱਤੀ ਜਾਂਦੀ, ਜਿਹੜੇ ਪੰਜਾਬ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਜਿਹੜੇ ਪੰਜਾਬ ਦੇ ਕਲਚਰ ਨੂੰ ਜਾਣਦੇ ਨੇ। ਸਾਡੇ ਕੋਲ ਟਾਈਮ ਘੱਟ ਹੈ, ਮੈਂ ਕਨਕਲੂਡ ਕਰ ਰਿਹਾ। ਬਾਜਵਾ ਹੋਣਾ ਦਾ ਬਿਆਨ, ਹਾਂ ਮੈਂ ਉਹਦੇ ਤੇ ਆ ਰਿਹਾ। ਇਹ ਜਿਹੜਾ ਬਾਜਵਾ ਸਾਹਿਬ ਨੇ ਪਹਿਲਾਂ ਵੀ ਇਹ ਅਟੈਕ ਕੀਤੇ ਆ, ਅੱਜ ਵੀ ਜਿਹੜੇ ਆ ਇਹ ਅਟੈਕ ਕੀਤੇ। ਮੈਂ ਪਹਿਲਾਂ ਦੱਸਿਆ ਕਿ 170-80 ਵਕੀਲਾਂ ਦੀ ਇੱਕ ਏਡੀ ਵੱਡੀ ਟੀਮ ਹੋਵੇ ਤੇ ਇਹਨਾਂ ਨੂੰ ਦਿੱਲੀ ਦੇ ਵਿੱਚੋਂ ਜਿਹੜੇ ਆ ਉਹ ਸੁਪਰੀਮ ਕੋਰਟ ਚੋਂ ਵਕੀਲ ਉੱਥੋਂ ਸੱਦਣੇ ਪੈਣ ਤੇ ਉੱਥੇ ਜਿਹੜੀਆਂ ਇਹਨਾਂ ਨੂੰ ਬਹਿਸਾਂ ਕਰਾਈਆਂ ਜਾਣ, ਕੇਸ ਲੜਾਏ ਜਾਣ। ਇਹੀ ਕੰਮ ਜਿਹੜਾ ਇਸ ਕੇਸ ਦੇ ਵਿੱਚ ਹੋਇਆ। ਪੰਜਾਬ ਗਵਰਨਮੈਂਟ ਜਿਹੜੇ ਬਹੁਤ ਵੱਡੇ ਕੇਸ ਹੋਏ ਆ, ਸੈਂਸਿਟਿਵ ਕੇਸ ਹੋਇਆ, ਇੱਕ ਵੀ ਕੇਸ ਜਿਹੜਾ ਵਾ ਵੱਡੇ ਕੇਸਾਂ ਦੇ ਵਿੱਚੋਂ ਨਹੀਂ ਜਿੱਤ ਸਕੇ। ਤੇ ਇਹ ਕੇਸ ਦੀ ਵੀ ਉਹੀ ਹਾਲਤ ਜਿਹੜੀ ਹੋਈ, ਦਿੱਲੀ ਤੋਂ ਸੁਪਰੀਮ ਕੋਰਟ ਚੋਂ ਵਕੀਲ ਲਿਆਂਦੇ, ਕਰੋੜਾਂ ਰੁਪਈਆ ਜਿਹੜਾ ਵਾ ਇਹ ਕਿਹਾ ਜਾਂਦਾ ਕਿ ਇੱਥੇ ਵਕੀਲਾਂ ਨੂੰ ਜਿਹੜਾ ਦਿੱਤਾ ਗਿਆ, ਉਹਦੇ ਬਾਵਜੂਦ ਵੀ ਜਿਹੜੇ ਕੇਸ ਹੈ ਉਹ ਹਾਰੇ ਗਏ। ਔਰ ਇਹ ਜਿਹੜਾ ਵਾ ਸਿੱਧੇ ਤੌਰ ਤੇ ਨੈਚੁਰਲੀ ਇਹ ਹੈ ਕਿ ਇਹਦਾ ਜਿਹੜਾ ਜਿਹਦੀ ਜ਼ਿੰਮੇਵਾਰੀ ਹੈ ਉਹ AG ਦੇ ਉੱਤੇ ਤੇ CM ਦੇ ਉੱਤੇ ਆਉਂਦੀ ਆ ਕਿ ਕਿਉਂ ਇਹੋ ਜਿਹੀ ਤੁਸੀਂ ਇੱਕ ਜਿਹੜੇ ਇਨਕੰਪੀਟੈਂਟ ਜਿਹੜੇ ਵਕੀਲ ਹੈ ਜਿਹੜੇ ਇੱਥੇ ਬਹਿਸ ਨਹੀਂ ਕਰ ਸਕਦੇ, ਉਹਨਾਂ ਦੀ ਭਰਤੀ ਕਿਉਂ ਕੀਤੀ ਆ ਤੇ ਦਿੱਲੀ ਤੋਂ ਤੁਹਾਨੂੰ ਕਿਉਂ ਲਿਆਉਣੇ ਪੈਣ। ਜ਼ਰੂਰ ਇਹ ਜਿਹੜੇ ਸ਼ਿੰਕਾਵਾਂ ਦੇ ਵਿੱਚ ਸਾਰਾ ਪ੍ਰੋਸੈਸ ਜਿਹੜਾ ਉਹ ਕਿਰਿਆ ਹੋਇਆ। ਇਹ ਜਿਹੜੀ ਟੋਟਲ ਇਸ ਕੇਸ ਦੀ ਜਿਹੜੀ ਹਾਰਨ ਦੀ ਹੈ ਜੋ ਕੁਝ ਵਾਪਰਿਆ, ਇਹ ਜਿਹੜਾ ਓਨਸ ਹੈ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਹੀਂ ਜਾਏਗਾ? ਦੇਖੋ ਨੈਤਿਕ ਜਿਹੜੀ ਜ਼ਿੰਮੇਵਾਰੀ ਹੈ ਇਹੋ ਜਿਹਾ ਸੈਂਸਿਟਿਵ ਕੇਸ, ਜਿਹੜੇ ਕੇਸ ਨੂੰ ਲੈ ਕੇ ਕਾਂਗਰਸ ਔਰ ਕੈਪਟਨ ਨੇ ਜਿਹੜੀ ਆ ਇਲੈਕਸ਼ਨ ਲੜੀ ਪਿਛਲੀ 4 ਸਾਲ ਪਹਿਲਾਂ ਕਿ ਅਸੀਂ ਜਿਹੜੀ ਹੈ ਇਹਦੀ ਜਾਂਚ ਪੂਰੀ ਫੇਅਰ ਤੇ ਜਿਹੜੀ ਆ ਇੰਡੀਪੈਂਡੈਂਟ ਜਾਂਚ ਕਰਾਵਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਔਰ ਉਹ ਸਾਰਾ ਕੁਝ ਜਿਹੜਾ ਵਾ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ,
ਪਰ ਆਖਰ ਦੇ ਵਿੱਚ 4 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਫਿਰ ਜ਼ੀਰੋ ਦੇ ਉੱਤੇ ਆ ਕੇ ਖੜ ਗਿਆ। ਤਾਂ ਇਹਦੀ ਨੈਚੁਰਲ ਤੌਰ ਦੇ ਉੱਤੇ ਜਿਹੜਾ ਟੀਮ ਦਾ ਲੀਡਰ ਹੈ, ਮੈਂ ਪਹਿਲਾਂ ਵੀ ਦੱਸਿਆ ਕਿ ਜੇ ਕੋਈ ਸਫਲਤਾ ਮਿਲਦੀ ਹੈ ਉਹਦਾ ਸਿਹਰਾ ਵੀ ਜਿਹੜਾ ਸੀਐਮ ਨੂੰ ਜਾਣਾ, ਜੇ ਜਿਹੜੀਆਂ ਨੈਗੇਟਿਵ ਚੀਜ਼ਾਂ ਉਹਦੀਆਂ ਫੇਲ ਹੁੰਦੀਆਂ, ਫਲਿਓਰ ਹੈ, ਉਹਦਾ ਵੀ ਜਿਹੜਾ ਜਾਣਾ। ਤੇ ਨੈਤਿਕ ਤੌਰ ਤੇ ਜ਼ਿੰਮੇਵਾਰੀ ਜਿਹੜੀ ਕੈਪਟਨ ਸਾਹਿਬ ਦੀ ਉਹ ਬਣਦੀ ਹੈ ਤੇ ਉਹਨਾਂ ਨੂੰ ਲੈਣਾ ਚਾਹੀਦਾ, ਔਰ ਲੈ ਕੇ ਜਿਹੜੇ ਸਹੀ ਕਦਮ ਉਠਾ ਕੇ ਤੇ ਅੱਗੇ ਤੋਂ ਜਿਹੜੀ ਜਾਂਚ ਹੈ ਉਹ ਫੇਰ ਤੇ ਠੀਕ ਹੋਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੇ। ਇਸ ਪਾਸੇ ਵੱਲ ਨੂੰ ਜਿਹੜੇ ਕਦਮ ਪੁੱਟੇ ਜਾਣੇ ਚਾਹੀਦੇ ਆ, ਚਾਹੇ ਉਹ ਮੀਟਿੰਗ ਐਮਐਲਏ ਦੀ ਕਰ ਲੈਣ, ਚਾਹੇ ਸਰਕਾਰ ਦੀ ਕਰ ਲੈਣ, ਚਾਹੇ ਏਜੀ ਦੀ ਕਰ ਲੈਣ, ਚਾਹੇ ਬਿਊਰੋਕ੍ਰੇਸੀ ਦੀ ਕਰ ਲੈਣ। ਹਰ ਸਾਹਿਬ, ਸਾਡੇ ਪੰਜਾਬਨਾਮਾ ਸ਼ੋਅ 'ਚ ਸ਼ਿਰਕਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਫਿਰ ਵੀ ਅਸੀਂ ਤੁਹਾਨੂੰ ਮੌਕਾ ਦਿੰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ।